ਅੱਜ ਦੇ ਫਰਮਾਨ ਦੁਆਰਾ ਸਤਿਗੁਰਾਂ ਨੇ ਸਾਨੂੰ ਕੀ ਸੰਕੇਤ ਦੇਣਾ ਕੀਤਾ ਹੈ, ਕੀ ਸਮਝਾਉਣਾ ਕੀਤਾ ਹੈ। ਆਓ ਮਨੋ ਬਿਰਤੀਆਂ ਕਰੀਏ ਇਕਾਗਰ, ਗੁਰ ਉਪਦੇਸ਼ ਨੂੰ ਵਿਚਾਰੀਏ, ਸਮਝੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰੀਏ ਜੀ। ਵਾਹਿਗੁਰੂ ਜੀ। ਧਨਾਸਰੀ ਮਹੱਲਾ ਪੰਜਵਾਂ। ਘਰ ਬਾਰ੍ਹਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਅੱਜ ਦਾ ਪਾਵਨ ਪਵਿੱਤਰ ਫਰਮਾਨ ਧਨਾਸਰੀ ਰਾਗ ਦੇ ਅੰਦਰ ਮਹੱਲਾ ਪੰਜਵਾਂ, ਭਾਵ ਪੰਚਮ ਗੁਰਦੇਵ ਪੰਚਮ ਸ਼ਹਿਨਸ਼ਾਹ। ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਹਿਥ, ਬਾਣੀ ਕੇ ਰਚਨਹਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮੁਬਾਰਕ ਰਸਨਾ ਦੇ ਵਿੱਚੋਂ ਇਹ ਪਾਵਨ ਹੁਕਮ ਉਚਾਰਨ ਕੀਤਾ ਹੈ। ਤੋ ਸਤਿਗੁਰਾਂ ਨੇ ਰਾਗ ਦੀ ਤਰਤੀਬ ਦੁਆਰਾ, ਗੁਰਬਾਣੀ ਕੀਰਤਨ ਦੁਆਰਾ 12ਵੇਂ ਘਰ ਦੇ ਅੰਦਰ ਗਾਉਣ ਦੀ ਹਦਾਇਤ ਕੀਤੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੇ ਸਤਿਗੁਰੂ ਜੀ ਕਹਿ ਰਹੇ ਹਨ ਸ਼ਬਦ ਦੀ ਆਰੰਭਤਾ ਤੋਂ ਪਹਿਲੋਂ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ। ਉਸ ਵਰਗਾ ਕੋਈ ਨਹੀਂ, ਉਸ ਦੀ ਬਰਾਬਰੀ ਦਾ ਕੋਈ ਨਹੀਂ। ਇਸ ਲਈ ਸ੍ਰਿਸ਼ਟੀ ਦਾ ਪਸਾਰਾ ਵੀ ਇੱਕ ਦੇ ਵਿੱਚ ਸਮਾਇਆ ਹੋਇਆ ਹੈ। ਸ੍ਰਿਸ਼ਟੀ ਦੀ ਉਤਪਤੀ ਵੀ ਇੱਕ ਦੇ ਵਿੱਚੋਂ ਹੈ। ਸ੍ਰਿਸ਼ਟੀ ਨੂੰ ਚਲਾਉਣ ਵਾਲਾ ਵੀ ਅਕਾਲ ਪੁਰਖ ਪਰਮਾਤਮਾ ਇੱਕ ਹੈ। ਇਸ ਲਈ ਗੁਰੂ ਨੇ ਕਹਿ ਦਿੱਤਾ ਇੱਕ ਓੰਕਾਰ। ਤੇ ਦਾਤਾ ਜੀ ਕਹਿ ਰਹੇ ਨੇ ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਰਹਿਮਤ, ਸਤਿਗੁਰਾਂ ਦੀ ਕਿਰਪਾ ਸਦਕਾ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਪਾਇਆ ਜਾ ਸਕਦਾ ਹੈ ਜੀ। ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਬੰਦਨਾ ਤੋਂ ਭਾਵ ਨਮਸਕਾਰ। ਤੇ ਪਾਤਸ਼ਾਹ ਜੀ ਸਾਨੂੰ ਇੱਥੇ ਨਮਸਕਾਰ ਕਰਨ ਦਾ ਢੰਗ ਸਿਖਾ ਰਹੇ ਨੇ। ਤੇ ਗੁਰੂ ਕਹਿ ਰਿਹਾ ਹੈ ਨਮਸਕਾਰ ਕਰਨੀ ਕਿਸ ਤਰ੍ਹਾਂ ਹੈ, ਝੁਕਣਾ ਗੁਰੂ ਕੇ ਦਰ 'ਤੇ ਕਿਸ ਤਰ੍ਹਾਂ ਹੈ, ਗੁਰੂ ਨੂੰ ਆ ਕੇ ਸਮਰਪਿਤ ਕਿਵੇਂ ਹੋਣਾ ਹੈ। ਬੰਦਨਾ ਹਰ ਬੰਦਨਾ। ਸਾਹਿਬ ਜੀ ਕਹਿ ਰਹੇ ਹਨ ਗੁਰੂ ਕੇ ਚਰਨਾਂ ਵਿੱਚ ਚੱਲ ਕੇ ਆਇਆ ਹੈ, ਡੰਡੌਤ ਗੁਰੂ ਨੂੰ ਕਰਦਾ ਹੈ। ਬੰਦਨਾ ਤੋਂ ਭਾਵ ਡੰਡੌਤ, ਡੰਡੌਤ ਤੋਂ ਭਾਵ ਸਾਹਿਬ ਜੀ ਕਹਿ ਰਹੇ ਹਨ ਮਨੁੱਖ ਡੰਡੇ ਦੀ ਤਰ੍ਹਾਂ ਸਿੱਧਾ ਲੰਮਾ ਪੈ ਕੇ ਗੁਰੂ ਨੂੰ ਨਮਸਕਾਰ ਕਰੇ। ਕੇਵਲ ਸਰੀਰਕ ਤਲ 'ਤੇ ਨਹੀਂ, ਸਤਿਗੁਰੂ ਜੀ ਕਹਿ ਰਹੇ ਹਨ ਸਰੀਰ 'ਤੇ ਭਾਵੇਂ ਤੇਰਾ ਗੁਰੂ ਕੇ ਚਰਨਾਂ ਵਿੱਚ ਝੁਕੀ ਜਾ ਰਿਹਾ ਹੈ, ਪਰ ਮਨ ਕਿਤੇ ਹੋਰ ਫਿਰਦਾ ਹੈ। ਇਸ ਨੂੰ ਝੁਕਣਾ ਨਹੀਂ ਕਹਿ ਸਕਦੇ, ਕੇਵਲ ਇਕੱਲਾ ਸਰੀਰ ਹੀ ਝੁਕਿਆ, ਮਨ ਕਰਕੇ ਤੇ ਤੇਰੇ ਅੰਦਰ ਉਸੇ ਤਰ੍ਹਾਂ ਬਿਰਤੀ ਦੋ ਚਿੱਤੀ ਹੈ। ਇਸ ਲਈ ਦਾਤਾ ਜੀ ਸਮਝਾ ਰਹੇ ਨੇ ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਕਸੁੱਧੇ ਜਾਹੇ। ਜੇ ਆ ਕੇ ਇਕੱਲਾ ਸੀਸ ਹੀ ਨਵਾਇਆ ਤੇ ਸੀਸ ਨਵਾਉਣ ਦਾ ਕੀ ਫਾਇਦਾ ਜੇ ਹਿਰਦਾ ਹੀ ਕਸੁੱਧਾ ਹੈ। ਹਿਰਦੇ ਅੰਦਰ ਹੀ ਦੋ ਚਿੱਤੀ ਲਈ ਫਿਰਦਾ ਹੈ, ਹਿਰਦੇ ਅੰਦਰ ਹੀ ਵਕਾਰ ਚੁੱਕੀ ਫਿਰਦਾ ਹੈ। ਸਾਹਿਬ ਜੀ ਕਹਿ ਰਹੇ ਹਨ ਵੇਖੋ ਇੱਕ ਸ਼ਿਕਾਰੀ ਸ਼ਿਕਾਰ ਕਰਨ ਵਾਸਤੇ ਅਨੇਕਾਂ ਪ੍ਰਕਾਰ ਦੇ ਯਤਨ ਅਪਣਾਉਂਦਾ ਹੈ। ਸ਼ਿਕਾਰੀ ਹਿਰਨ ਦਾ ਸ਼ਿਕਾਰ ਕਰਦਾ ਹੈ। ਸ਼ਿਕਾਰ ਕਰਨ ਵਾਸਤੇ ਕਦੀ ਝਾੜੀਆਂ ਦੇ ਓਹਲੇ ਹੁੰਦਾ ਹੈ, ਕਦੀ ਲੰਮਾ ਪੈਂਦਾ ਹੈ, ਕਦੀ ਟੇਢਾ ਹੁੰਦਾ ਹੈ, ਕਿਉਂਕਿ ਉਸਨੇ ਆਪਣੇ ਸ਼ਿਕਾਰ ਨੂੰ ਨਿਸ਼ਾਨਾ ਬਣਾਇਆ। ਸਿੱਧਾ ਨਿਸ਼ਾਨਾ ਜਾ ਕੇ ਸ਼ਿਕਾਰ ਨੂੰ ਲੱਗੇ, ਇਸ ਤਰ੍ਹਾਂ ਅਨੇਕਾਂ ਪੋਜੀਸ਼ਨਾਂ ਦੇ ਵਿੱਚ ਆਉਂਦਾ ਹੈ। ਤੇ ਸਤਿਗੁਰੂ ਜੀ ਕਹਿ ਰਹੇ ਹਨ ਐ ਬੰਦੇ, ਤੂੰ ਵੀ ਜੇ ਗੁਰੂ ਕੇ ਚਰਨਾਂ ਵਿੱਚ ਆ ਕੇ ਆਪਣੇ ਹਿਰਦੇ ਅੰਦਰ ਰੱਬ ਜੀ ਦਾ ਨਾਮ ਚੇਤੇ ਨਹੀਂ ਕੀਤਾ, ਮਨ ਕਰਕੇ ਕਦੀ ਗੁਰੂ ਕੇ ਚਰਨਾਂ ਵਿੱਚ ਝੁਕਿਆ ਨਹੀਂ, ਤੇ ਸੀਸ ਨਵਾਉਣਾ ਉਸ ਸ਼ਿਕਾਰੀ ਦੀ ਤਰ੍ਹਾਂ ਹੈ। ਤੇ ਇਸ ਲਈ ਕਹਿ ਰਹੇ ਨੇ ਸੀਸ ਨਵਾਇਆ ਕਿਆ ਥੀਐ, ਜਾਂ ਹਿਰਦੈ ਕਸੁੱਧੇ ਜਾਹੇ। ਹਿਰਦਾ ਕਸੁੱਧਾ ਹੈ ਤੇ ਸੀਸ ਨਵਾਉਣ ਦਾ ਕੋਈ ਫਾਇਦਾ ਨਹੀਂ। ਇਸ ਲਈ ਦਾਤਾ ਜੀ ਕਹਿ ਰਹੇ ਨੇ ਬੰਦਨਾ ਹਰ ਬੰਦਨਾ, ਤੂੰ ਨਮਸਕਾਰ ਕਰਨੀ ਹੈ, ਝੁਕਣਾ ਹੈ ਤੇ ਮਨ ਕਰਕੇ ਗੁਰੂ ਕੇ ਚਰਨਾਂ ਦੇ ਵਿੱਚ ਝੁਕ। ਭਾਈ ਨੰਦ ਲਾਲ ਜੀ ਅਕਬਰ ਬਾਦਸ਼ਾਹ ਦੇ ਦਰਬਾਰ ਦੇ 14 ਰਤਨਾਂ ਦੇ ਵਿੱਚੋਂ ਅਕਬਰ ਬਾਦਸ਼ਾਹ ਜੀ ਜੋ 9 ਰਤਨ ਨੇ, 9 ਲਖਾਰੀ ਨੇ, 9 ਰਤਨ ਨੇ, 9 ਕਵਿਤਾਕਾਰ ਨੇ। ਤੇ ਗੁਰਮੁਖੋ ਇਹਨਾਂ
ਇਹਨਾਂ ਕਵਿਤਾਕਾਰਾਂ ਦੇ ਵਿੱਚੋਂ, ਇਹਨਾਂ ਲਿਖਾਰੀਆਂ, ਇਹਨਾਂ ਵਿਦਵਾਨਾਂ ਦੇ ਵਿੱਚੋਂ ਇੱਕ ਵਿਦਵਾਨ ਹੋਏ ਹਨ ਭਾਈ ਆਨੰਦ ਲਾਲ ਜੀ। ਤੇ ਗੁਰਮੁਖੋ, ਇਸ ਅਕਬਰ ਦੇ ਦਰਬਾਰ ਦੇ ਵਿੱਚ ਨਾ ਇਤਨਾ ਸਨਮਾਨ ਲਿਖਾਰੀਆਂ ਨੂੰ ਮਿਲਦਾ ਸੀ, ਨਾ ਬਣਦਾ ਇੱਜ਼ਤ ਮਾਨ ਇਹਨਾਂ ਨੂੰ ਮਿਲਦਾ ਸੀ, ਨਾ ਇਹਨਾਂ ਦੀ ਕੋਈ ਸੁਣਵਾਈ ਇਤਨੀ ਸੀ। ਕੇਵਲ ਅਕਬਰ ਦੇ ਡਰ ਦੇ ਨਾਲ ਇਹਨਾਂ ਨੂੰ ਕਵਿਤਾਵਾਂ ਸੁਣਾਉਣੀਆਂ ਪੈਂਦੀਆਂ ਸਨ। ਇਸ ਨੇ ਸੁਣਿਆ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਵੀਆਂ ਦਾ ਬੜਾ ਸਤਿਕਾਰ ਕਰਦੇ ਨੇ, ਬੜਾ ਸਨਮਾਨ ਕਰਦੇ ਨੇ। ਤੇ ਗੁਰਮੁਖੋ, ਆਨੰਦਪੁਰ ਸਾਹਿਬ ਵੱਲ ਚੱਲ ਪਿਆ। ਆਨੰਦਪੁਰ ਸਾਹਿਬ ਵੱਲ ਚੱਲਿਆ। ਰਸਤੇ ਦੇ ਵਿੱਚ ਆਨੰਦਪੁਰ ਸਾਹਿਬ ਦੇ ਨੇੜੇ ਜਾ ਕੇ ਪਿੱਛੇ ਇੱਕ ਦਰਖਤ ਦੇ ਨਾਲ ਲੱਗ ਕੇ ਬੈਠ ਗਿਆ। ਤੇ ਗੁਰਮੁਖੋ, ਕਹਿ ਰਿਹਾ ਹੈ, ਜੇ ਮੈਨੂੰ ਗੁਰੂ ਆਪ ਆਵਾਜ਼ ਮਾਰ ਕੇ ਇੱਥੋਂ ਬੁਲਾਵੇਗਾ ਮੈਂ ਤਾਂ ਮੰਨਾਂਗਾ ਸੱਚਾ ਗੁਰੂ ਹੈ। ਤੇ ਗੁਰਮੁਖੋ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿੱਖ ਭੇਜੇ, ਸਿੰਘ ਭੇਜੇ। ਤੇ ਇਸ ਨੰਦ ਲਾਲ ਕੋਲ ਆ ਕੇ ਉਹ ਸਿੰਘ ਕਹਿਣ ਲੱਗੇ, ਆ ਤੈਨੂੰ ਗੁਰੂ ਪਾਤਸ਼ਾਹ ਜੀ ਨੇ ਯਾਦ ਕੀਤਾ ਹੈ। ਤੇ ਗੁਰਮੁਖੋ, ਸਤਿਗੁਰਾਂ ਦੇ ਚਰਨਾਂ ਵਿੱਚ ਗਿਆ, ਗੁਰੂ ਨੂੰ ਸੀਸ ਝੁਕਾਇਆ। ਸੀਸ ਝੁਕਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਕ ਬਾਤ ਕਹੀ, ਕਹਿਣ ਲੱਗੇ, ਜਦੋਂ ਤੱਕ ਤੂੰ ਆ ਕੇ ਗੁਰੂ ਕੇ ਚਰਨਾਂ ਵਿੱਚ ਸੀਸ ਨਹੀਂ ਸੀ ਝੁਕਾਇਆ, ਉਦੋਂ ਤੱਕ ਤੇਰੇ ਮਨ ਵਿੱਚ ਤਰਕ ਬਣਦਾ ਸੀ। ਤੂੰ ਤਰਕ ਕੀਤਾ, ਤੇਰੇ ਮਨ ਵਿੱਚ ਇਹ ਫੁਰਨਾ ਬਣਦਾ ਸੀ। ਜਦੋਂ ਤੂੰ ਗੁਰੂ ਕੇ ਚਰਨਾਂ ਵਿੱਚ ਆ ਕੇ ਸੀਸ ਝੁਕਾ ਦਿੱਤਾ, ਹੁਣ ਮਰਜ਼ੀ ਤੇਰੀ ਨਹੀਂ ਚੱਲੇਗੀ, ਹੁਣ ਮਰਜ਼ੀ ਮੇਰੀ ਚੱਲੇਗੀ। ਹੁਣ ਕਿਉਂਕਿ ਗੁਰਮੁਖੋ, ਜੇ ਗੁਰੂ ਕੇ ਚਰਨਾਂ ਵਿੱਚ ਸੀਸ ਝੁਕਾਇਆ, ਸਤਿਗੁਰਾਂ ਨੇ ਗੁਰਤਾ ਗੱਦੀ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਨਾਲ ਹੁਕਮ ਵੀ ਸਾਨੂੰ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਿੱਖ ਨੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਅੱਗੇ ਝੁਕਣਾ ਹੈ, ਕਿਉਂਕਿ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ। ਸਿੱਖ ਦੇ ਮਨ ਅੰਦਰ, ਕਿਉਂਕਿ ਸਿੱਖ ਨੂੰ ਹਦਾਇਤ ਹੈ, ਗੈਰ ਸਿੱਖ ਕਿਤੇ ਵੀ ਝੁਕਦਾ ਹੈ ਉਸ ਨੂੰ ਮੁਬਾਰਕ ਹੈ। ਸਤਿਗੁਰਾਂ ਨੇ ਸਿੱਖ ਨੂੰ ਹਦਾਇਤ ਕੀਤੀ ਹੈ, ਸਿੱਖ ਨੇ ਗੁਰੂ ਕੇ ਚਰਨਾਂ ਵਿੱਚ ਹੀ ਝੁਕਣਾ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ। ਗੁਰੂ ਕੇ ਸਿੱਖ ਦੇ ਮਨ ਅੰਦਰ ਇੱਕ ਤੋਂ ਬਿਨਾ ਹੋਰ ਦਾ ਖਿਆਲ ਵੀ ਨਾ ਆਵੇ। ਤੇ ਇਸ ਲਈ ਦਾਤਾ ਜੀ ਸਮਝਾ ਰਹੇ ਨੇ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਸਾਡੇ ਅੰਦਰ ਭਰੋਸਾ ਕਿਵੇਂ ਆਵੇਗਾ, ਸਾਡੇ ਅੰਦਰ ਵਿਸ਼ਵਾਸ ਕਿਵੇਂ ਵੱਜੇਗਾ। ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਇੱਕੋ ਗੁਰੂ ਦੇ ਚਰਨਾਂ ਦੇ ਵਿੱਚ ਢਹਿ ਜਾ, ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਆਪਣੇ ਜੀਵਨ ਵਿੱਚ ਲੈ ਆ। ਜਦੋਂ ਜੀਵਨ ਵਿੱਚ ਲਾਗੂ ਵਿਚਾਰ ਕਰ ਲਈ ਤੇ ਪਾਤਸ਼ਾਹ ਜੀ ਕਹਿ ਰਹੇ ਨੇ, ਭਰੋਸਾ ਵੀ ਫਿਰ ਇੱਕ ਤੇ ਵੱਜ ਜਾਵੇਗਾ। ਇਸ ਲਈ ਗੁਣ ਗਾਵੋ ਗੋਪਾਲ ਰਾਏ, ਤੂੰ ਨਮਸਕਾਰ ਕਰਨੀ ਹੈ ਕੇਵਲ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ। ਗੁਣ ਭਾਵ ਰੱਬ ਜੀ ਦੇ ਗੁਣਾਂ ਨੂੰ ਗਾਉਣਾ। ਗੁਰੂ ਤੈਨੂੰ ਸਿਖਾ ਰਿਹਾ ਹੈ ਗੁਣ ਕਿੱਦਾਂ ਗਾਉਣੇ ਨੇ, ਤੇ ਝੁਕਣਾ ਕਿਸ ਦੇ ਅੱਗੇ ਹੈ। ਗੋ ਤੋਂ ਭਾਵ ਧਰਤੀ, ਪਾਲ ਤੋਂ ਭਾਵ ਇਸ ਧਰਤੀ ਦਾ ਰਾਖਾ। ਗੋਪਾਲ ਰਾਏ ਇਸ ਧਰਤੀ ਦਾ ਰੱਖਿਅਕ, ਖੰਡਾਂ ਬ੍ਰਹਮੰਡਾਂ ਦਾ ਰਾਜਾ। ਰਾਏ ਤੋਂ ਭਾਵ ਰਾਜਾ। खंडा ब्रह्मंडा का दाता, खंडा ब्रह्मंडा का मालक, कोट ब्रह्मांड को ठाकुर स्वामी, सर्व जियां का दाता रे। प्रत पालै नित सार संभालै, एक गुण नहीं मूर्ख जाता रे। इसलिए दाता जी कह रहे हैं, सचेत होना कर। रहाओ वाले बंद अंदर सतगुरां ने रहमत करके समझाया। रहाओ तो भाव रुकना, विचारना, समझना। ਵੱਡਾ ਭਾਗ ਭੇਟੇ ਗੁਰਦੇਵਾ। ਜਦੋਂ ਗੁਰੂ ਕੇ ਚਰਨਾਂ ਵਿੱਚ ਆਵੇਂਗਾ ਤੇ ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਤੇਰੇ ਮੱਥੇ ਦੇ ਭਾਗ ਵੀ ਵੱਡੇ ਬਣਾ ਦੇਣਗੇ। ਕਿਉਂਕਿ ਗੁਰਮੁਖੋ ਗੁਰੂ ਸਾਨੂੰ ਸਿੱਖਿਆ ਦੇ ਰਿਹਾ ਹੈ। ਮਨੁੱਖ ਉਸ ਸਿੱਖਿਆ 'ਤੇ ਚੱਲੇਗਾ, ਆਪਣਾ ਜੀਵਨ ਬਦਲ ਸਕਦਾ ਹੈ, ਆਪਣੀ ਕਿਸਮਤ ਬਦਲ ਸਕਦਾ ਹੈ, ਤਕਦੀਰ ਬਦਲ ਸਕਦਾ ਹੈ। ਮਨੁੱਖ ਦੇ ਹੱਥ ਵਿੱਚ ਹੈ। ਜੇ ਮਨੁੱਖ ਕਵੇ ਮੈਨੂੰ ਮਿਹਨਤ ਨਾ ਕਰਨੀ ਪਵੇ, ਤੇ ਸਤਿਗੁਰਾਂ ਨੂੰ ਗੁਰਮੁਖੋ ਸਤਿਗੁਰਾਂ ਦੀ ਬਾਣੀ ਸਾਨੂੰ ਐਸੇ ਵਿਹਲੜ ਨਹੀਂ ਬਣਾ ਰਹੀ। ਗੁਰੂ ਕਹਿ ਰਿਹਾ ਹੈ, ਤੂੰ ਕਿਰਤੀ ਬਣ, ਤੂੰ ਮਿਹਨਤੀ ਬਣ। ਤੇਰੀ ਮਿਹਨਤ ਵਿੱਚ ਬਰਕਤ ਜ਼ਰੂਰ ਪਵੇਗੀ ਜੇ ਆਪਣੀ ਮਿਹਨਤ ਕਰਕੇ ਗਰੀਬ ਲੋੜਵੰਦ ਦੀ ਉਸ ਦੇ ਵਿੱਚੋਂ ਮਦਦ ਕਰੇਗਾ।
ਤੇ ਇਸ ਲਈ ਭਾਗਾਂ ਵਾਲਿਓ ਸਤਿਗੁਰਾਂ ਦੀ ਬਾਣੀ ਸਾਨੂੰ ਕਿਰਤੀ ਬਣਾ ਰਹੀ ਹੈ। ਗੁਰੂ ਕਾ ਉਪਦੇਸ਼ ਹੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਸਤਿਗੁਰੂ ਜੀ ਕਹਿ ਰਹੇ ਹਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਕਿਰਤ ਤੇਰੀ ਸੱਚੀ ਸੁੱਚੀ ਹੋਵੇ। ਤੇ ਗੁਰਮੁਖੋ ਕਿਰਤ ਦੇ ਵਿੱਚੋਂ ਧਰਮ ਦਿਸਣਾ ਚਾਹੀਦਾ ਹੈ। ਮਨੁੱਖ ਨੂੰ ਦੱਸਣ ਦੀ ਜ਼ਰੂਰਤ ਨਾ ਪਵੇ ਫਲਾਣੇ ਧਰਮ ਦਾ ਮਨੁੱਖ ਹੈ। ਪਾਤਸ਼ਾਹ ਜੀ ਕਹਿ ਰਹੇ ਹਨ, ਕਿਰਤ ਹੀ ਇਤਨੀ ਸੱਚੀ ਸੁੱਚੀ ਕਰ, ਤੇਰੀ ਕਿਰਤ ਦੇ ਵਿੱਚੋਂ ਤੇਰਾ ਧਰਮ ਨਜ਼ਰ ਆਵੇ। ਤੇ ਅੱਗੇ ਸਤਿਗੁਰੂ ਜੀ ਕਹਿ ਰਹੇ ਹਨ, ਨਾਮ ਜਪੋ। ਮਨੁੱਖ ਨੇ ਰੱਬ ਜੀ ਦੀ ਇਬਾਦਤ ਕਰਨੀ ਹੈ। ਕਿਰਤ ਵੇਖੋ ਹੱਥਾਂ ਪੈਰਾਂ ਦੇ ਨਾਲ ਕਿਰਤ ਕਰਨੀ ਹੈ। ਹੱਥ ਪੈਰ ਤਨ ਸਰੀਰ ਸਤਿਗੁਰਾਂ ਨੇ ਕਿਰਤ ਵਾਸਤੇ ਦਿੱਤਾ ਤੇ ਮਨ ਜੋ ਦਿੱਤਾ ਹੈ ਰੱਬ ਜੀ ਦੀ ਇਬਾਦਤ ਕਰਨ ਵਾਸਤੇ। ਮਨ ਦੇ ਨਾਲ ਰੱਬ ਨੂੰ ਧਿਆਉਣਾ ਹੈ, ਉਸ ਨੂੰ ਚੇਤਾ ਕਰਨਾ ਹੈ, ਸਿਫਤੋ ਸਲਾਹ ਕਰਨੀ ਹੈ। ਤੇ ਸਾਹਿਬ ਜੀ ਕਹਿ ਰਹੇ ਹਨ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜਦੋਂ ਅੰਦਰ ਵਿਸ਼ਵਾਸ ਭਰੋਸਾ ਆਵੇਗਾ ਤੇ ਗੁਰਮੁਖੋ ਜੋ ਕਮਾਵਾਂਗੇ ਤੇ ਉਸ ਦੇ ਵਿੱਚੋਂ ਲੋੜਵੰਦ ਦੀ ਮਦਦ ਵੀ ਕਰਾਂਗੇ। ਆਪ ਅਸੀਂ ਰੱਬ ਜੀ ਦੀ ਇਬਾਦਤ ਕਰਾਂਗੇ, ਸਾਨੂੰ ਆਨੰਦ ਆਵੇਗਾ। ਅਸੀਂ ਹੋਰਨਾਂ ਨੂੰ ਵੀ ਪ੍ਰੇਰਾਂਗੇ, ਹੋਰਨਾਂ ਨੂੰ ਵੀ ਪ੍ਰੇਰ ਕੇ ਗੁਰੂ ਚਰਨਾਂ ਵੱਲ ਜੋੜਾਂਗੇ। ਤੂੰ ਵੀ ਜਪ, ਮਾੜੀ ਸੰਗਤ ਤੋਂ ਬਚ ਜਾਵੇਂਗਾ। ਤੂੰ ਵੀ ਜਪ, ਤੇਰੇ ਵਿੱਚੋਂ ਐਬ ਖਤਮ ਹੋ ਜਾਣਗੇ। ਤੂੰ ਵੀ ਜਪ, ਤੇਰੇ ਅੰਦਰੋਂ ਤ੍ਰਿਸ਼ਨਾ ਵਿਕਾਰ ਖਤਮ ਹੋ ਜਾਣਗੇ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡੇ ਤੇ ਐਸੀ ਰਹਿਮਤ ਕਰਕੇ ਸਾਡੇ ਭਾਗ ਵੱਡੇ ਬਣਾ ਦਿੰਦੇ ਹਨ ਜੀ। ਕੋਟ ਅਪਰਾਧ ਮਿਟੇ ਹਰ ਸੇਵਾ। ਤੇ ਵੇਖੋ ਜਦੋਂ ਗੁਰੂ ਕੇ ਚਰਨਾਂ ਵਿੱਚ ਆਏ, ਵੱਡੇ ਭਾਗਾਂ ਦੇ ਨਾਲ ਗੁਰੂ ਦੇ ਨਾਲ ਮਿਲਾਪ ਹੋਇਆ ਤੇ ਸਤਿਗੁਰੂ ਜੀ ਕਹਿ ਰਹੇ ਹਨ, ਗੁਰੂ ਕੇ ਦਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ, ਸਭ ਤੋਂ ਵੱਡਾ ਪੁੰਨ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇੱਥੇ ਸਤਿਗੁਰਾਂ ਨੇ ਕਹਿ ਦਿੱਤਾ, ਕੋਟ ਅਪਰਾਧ ਮਿਟੇ ਹਰ ਸੇਵਾ। ਵੇਖੋ ਗੁਰੂ ਕੇ ਚਰਨਾਂ ਵਿੱਚ ਆ ਕੇ ਗੁਰੂ ਕੀ ਸਿੱਖਿਆ ਲਈ ਤੇ ਗੁਰੂ ਦੇ ਦਰ ਦੀ ਸੇਵਾ ਕੀਤੀ, ਅੰਦਰ ਨਿਮਰਤਾ ਆ ਗਈ ਤੇ ਅੰਦਰ ਗੁਰੂ ਕੇ ਸਿਮਰਨ ਸਦਕਾ ਕਰੋੜਾਂ ਅਪਰਾਧ ਖਤਮ ਹੋ ਗਏ, ਕਰੋੜਾਂ ਵਿਕਾਰ ਖਤਮ ਹੋ ਗਏ। ਜਨਮਾਂ ਜਨਮਾਂ ਦੀ ਮਨ ਤੋਂ ਮੈਲ ਲੱਥ ਗਈ ਜੀ। ਚਰਨ ਕਮਲ ਜਾ ਕਾ ਮਨ ਰਾਪੈ। ਪਾਤਸ਼ਾਹ ਜੀ ਕਹਿ ਰਹੇ ਹਨ, ਤੇਰੇ ਹਿਰਦੇ ਅੰਦਰ ਜਦੋਂ ਗੁਰੂ ਕੇ ਚਰਨ ਕਮਲ ਵਸ ਗਏ, ਭਾਵ ਗੁਰੂ ਕਾ ਸ਼ਬਦ ਵਸ ਗਿਆ। ਜਾ ਕਾ ਮਨ ਰਾਪੈ, ਗੁਰੂ ਕੇ ਸ਼ਬਦ ਸਦਕਾ ਅੰਦਰੋਂ ਮਨ ਰੰਗਿਆ ਗਿਆ। ਗੁਰੂ ਕੇ ਗਿਆਨ ਦੀ ਰੰਗਤ ਮਨ ਨੂੰ ਚੜ ਗਈ। ਸੋਗ ਅਗਨ ਤਿਸ ਜਨ ਨਾ ਵਿਆਪੈ। ਫਿਰ ਵਿਕਾਰਾਂ ਦੀ ਅਗਨੀ, ਸੋਗ, ਚਿੰਤਾਵਾਂ, ਝੋਰੇ ਇਸ ਦੇ ਜੀਵਨ ਵਿੱਚੋਂ ਖਤਮ ਹੋ ਗਏ। ਕਿਉਂਕਿ ਮਨ ਅੰਦਰ ਗਿਆਨ ਆ ਗਿਆ, ਸਮਝ ਆ ਗਈ ਮੇਰਾ ਲਕਸ਼ ਕੀ ਹੈ, ਸਮਝ ਆ ਗਈ ਮੈਂ ਸੰਸਾਰ ਤੇ ਆ ਕੇ ਕਰਨਾ ਕੀ ਹੈ। ਕਿਉਂਕਿ ਗੁਰਮੁਖੋ ਗੁਰੂ ਨੇ ਹਰ ਇੱਕ ਸਿੱਖ ਨੂੰ ਪ੍ਰਚਾਰਕ ਬਣਾਇਆ ਹੈ, ਹਰ ਇੱਕ ਸਿੱਖ ਨੂੰ ਗੁਰੂ ਨੇ ਸੂਝਵਾਨ ਬਣਾਇਆ ਹੈ। ਇਹ ਦੂਜੀ ਗੱਲ ਹੈ ਕਿ ਮਨੁੱਖ ਨੇ ਆਪਣੇ ਜੀਵਨ ਅੰਦਰ ਗੁਰੂ ਕੀ ਸਿੱਖਿਆ ਨਹੀਂ ਲਈ। ਇੱਥੇ ਗੁਰਮੁਖੋ ਕਸੂਰ ਸਾਡਾ ਹੈ, ਕਸੂਰ ਗੁਰੂ ਦਾ ਨਹੀਂ। ਅਸੀਂ ਤੇ ਗੁਰੂ ਦੇ ਨਾਲ ਆ ਕੇ ਸੌਦੇ ਕੀਤੇ, ਜੇ ਤੂੰ ਸਾਡਾ ਆਹ ਕੰਮ ਕਰੇਗਾ ਅਸੀਂ ਤੇਰਾ ਪਾਠ ਕਰਵਾਵਾਂਗੇ, ਜੇ ਤੂੰ ਸਾਡਾ ਆਹ ਕੰਮ ਪੂਰਾ ਕਰ ਦੇਵੇਂਗਾ ਅਸੀਂ ਇਦਾਂ ਕਰਾਂਗੇ, ਅਸੀਂ ਆਹ ਚੜਾਵਾ ਚੜਾਵਾਂਗੇ। ਨਹੀਂ ਗੁਰਮੁਖੋ, ਗੁਰੂ ਦੇ ਨਾਲ ਸੌਦੇਬਾਜ਼ੀਆਂ ਨਹੀਂ, ਸਤਿਗੁਰਾਂ ਦੇ ਸ਼ੁਕਰਾਨੇ ਦੇ ਵਜੋਂ ਵੇਖੋ ਜੇ ਗੁਰੂ ਕੇ ਚਰਨਾਂ ਵਿੱਚ ਅਸੀਂ ਭਾਵਨਾ ਨਾਲ ਅਰਦਾਸ ਕੀਤੀ, ਅਰਦਾਸ ਪੂਰੀ ਹੋਈ, ਸ਼ੁਕਰਾਨੇ ਵਜੋਂ ਗੁਰੂ ਕੀ ਬਾਣੀ ਦਾ ਜਾਪ ਕਰਵਾ ਸਕਦੇ ਹਾਂ। ਸ਼ੁਕਰਾਨੇ ਵਜੋਂ ਜਾਪ ਕਰਵਾਇਆ, ਉਸ ਗੁਰੂ ਕੀ ਬਾਣੀ ਨੂੰ ਭਾਵਨਾ ਦੇ ਨਾਲ ਅਸੀਂ ਸੁਣਿਆ। ਤੇ ਗੁਰਮੁਖੋ ਪਾਠ ਕਰਵਾਏ ਦਾ ਫਾਇਦਾ ਸਾਨੂੰ ਤਾਂ ਹੈ ਜੇ ਗੁਰੂ ਕੀ ਬਾਣੀ ਅਸੀਂ ਆਪ ਧਿਆਨ ਦੇ ਇਕਾਗਰਤਾ ਦੇ ਨਾਲ ਸੁਣਾਂਗੇ। ਇਸ ਲਈ ਪਾਤਸ਼ਾਹ ਜੀ ਕਹਿ ਰਹੇ ਹਨ, ਮਨ ਬਲਵਾਨ ਹੋਵੇਗਾ ਗੁਰੂ ਕੀ ਬਾਣੀ ਸਦਕਾ, ਮਨ ਬਲਵਾਨ ਹੋਵੇਗਾ ਗੁਰੂ ਕੇ ਗਿਆਨ ਸਦਕਾ। ਸੋਗ ਅਗਨ ਤਿਸ ਜਨ ਨਾ ਵਿਆਪੈ। ਅੰਦਰੋਂ ਸੋਗ ਦੀ ਅਗਨੀ, ਤ੍ਰਿਸ਼ਨਾ, ਵਿਕਾਰ, ਚਿੰਤਾਵਾਂ, ਝੋਰੇ ਖਤਮ ਹੋ ਜਾਣਗੇ। ਫਿਰ ਇਹਨਾਂ ਦੇ ਵਿੱਚ ਕਰੁਝੇਗਾ ਨਹੀਂ ਜੀ। ਸਾਗਰ ਤਰਿਆ ਸਾਧੂ ਸੰਗੇ। ਗੁਰੂ ਤੋਂ ਗਿਆਨ ਲਈ, ਸਮਝ ਲਈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੰਗ ਕੀਤਾ ਤੇ ਸਤਿਗੁਰਾਂ ਦੇ ਸੰਗ ਕਰਕੇ ਸੰਸਾਰ ਸਮੁੰਦਰ ਦੇ ਵਿੱਚੋਂ ਤਰ ਗਏ। ਗੁਰੂ ਕੇ ਨਾਮ ਜਪਣ ਵਾਲਿਆਂ ਦਾ ਸੰਗ ਕੀਤਾ ਤੇ ਗੁਰੂ ਕੀ ਸਿੱਖਿਆ ਦੇ ਨਾਲ ਸੰਸਾਰ ਸਮੁੰਦਰ ਦੇ ਵਿੱਚੋਂ ਤਰ ਜਾਵੇਂਗਾ ਜੀ। ਨਿਰਭਉ ਨਾਮ ਜਪੋ ਹਰ ਰੰਗੇ। ਪਾਤਸ਼ਾਹ ਜੀ ਕਹਿ ਰਹੇ ਨੇ, ਐਸੇ ਦਾਤੇ ਨੂੰ ਧਿਆਉਣਾ ਕਰ ਜੇ ਆਪ ਨਿਰਭਉ ਹੈ।
ਤਾਂ ਤੈਨੂੰ ਵੀ ਨਿਰਭਉ ਬਣਾ ਦੇਵੇਗਾ। ਨਿਰਭਉ ਜਪੈ ਸਗਲ ਭਉ ਮਿਟੈ। ਨਿਰਭਉ ਨੂੰ ਜਪੇਗਾ, ਤੇਰੇ ਜੀਵਨ ਵਿੱਚੋਂ ਸਾਰੇ ਭਉ ਸਾਰੇ ਡਰ ਖਤਮ ਹੋ ਜਾਣਗੇ ਤੇ ਕੇਵਲ ਰੱਬ ਜੀ ਨੂੰ ਧਿਆ ਕੇ ਆਪਣਾ ਜੀਵਨ ਸਫਲ ਬਣਾ ਲਵੇਂਗਾ। ਸਵਾਸ ਸਰੀਰ ਸਫਲ ਹੋ ਜਾਣਗੇ। ਨਿਰਭਉ ਨਾਮ ਜਪੋ ਹਰ ਰੰਗੇ। ਗੁਰੂ ਨੂੰ ਜਪ ਕੇ ਗੁਰੂ ਕੇ ਨਾਮ ਵਾਲੀ ਰੰਗਤ ਤੇਰੇ ਮਨ ਨੂੰ ਚੜ ਜਾਵੇਗੀ ਜੀ। ਪਰ ਧਨ ਦੋਖ ਕਿਛ ਪਾਪ ਨਾ ਫੇੜੇ। ਜਦੋਂ ਮਨ ਬਲਵਾਨ ਹੋ ਗਿਆ, ਅੰਦਰ ਗਿਆਨ ਆ ਗਿਆ, ਸਮਝ ਆ ਗਈ, ਫਿਰ ਪਰਾਏ ਤਨ ਨੂੰ ਤੱਕੇਗਾ ਨਹੀਂ। ਪਰਾਏ ਧਨ ਅੰਦਰ ਨਹੀਂ ਤੱਕੇਗਾ, ਪਰਾਏ ਤਨ ਨੂੰ ਤੱਕੇਗਾ। ਤੇ ਸਤਿਗੁਰੂ ਜੀ ਕਹਿ ਰਹੇ ਹਨ, ਫਿਰ ਕਿਸੇ ਦਾ ਬੁਰਾ ਨਹੀਂ ਤੱਕੇਗਾ। ਅੰਦਰੋਂ ਪਾਪ ਵਿਕਾਰ ਖਤਮ ਹੋ ਜਾਣਗੇ ਜੀ। ਜਮ ਜੰਦਾਰ ਨਾ ਆਵੇ ਨੇੜੇ। ਫਿਰ ਪਾਤਸ਼ਾਹ ਜੀ ਕਹਿ ਰਹੇ ਹਨ, ਵਿਕਾਰ ਵੀ ਨੇੜੇ ਨਹੀਂ ਢੁਕਦੇ, ਜਮ ਵੀ ਨੇੜੇ ਨਹੀਂ ਢੁਕਦੇ। ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਨਾ ਹੋਣਾ ਤੂੰ ਨਹਿ ਛੁਟੈ, ਨਿਕਟ ਨਾ ਜਾਈਓ ਦੂਤ। ਮੌਤ ਦਾ ਡਰ ਅੰਦਰੋਂ ਨਿਕਲ ਜਾਂਦਾ ਹੈ। ਮੌਤ ਵਾਲੇ ਦੂਤ ਸਾਡੇ ਜੀਵਨ ਵਿੱਚੋਂ ਖਤਮ ਹੋ ਜਾਂਦੇ ਨੇ। ਤੇ ਪਾਤਸ਼ਾਹ ਜੀ ਬਾਣੀ ਦੁਆਰਾ ਸਾਨੂੰ ਸਮਝਾ ਰਹੇ ਨੇ, ਜਿਸ ਨੇ ਜਪਿਆ ਅੰਦਰੋਂ ਵਿਕਾਰ ਖਤਮ ਹੋ ਗਏ। ਜਿਸ ਨੇ ਜਪਿਆ ਅੰਦਰੋਂ ਮੌਤ ਦਾ ਡਰ ਖਤਮ ਹੋ ਗਿਆ। ਜਿਸ ਨੇ ਜਪਿਆ ਮਨ ਬਲਵਾਨ ਹੋਇਆ, ਫਿਰ ਮੌਤ ਤੋਂ ਡਰਦਾ ਨਹੀਂ। ਤੇ ਪਾਤਸ਼ਾਹ ਜੀ ਕਹਿ ਰਹੇ ਨੇ, ਜਮ ਜੰਦਾਰ ਨਾ ਆਵੇ ਨੇੜੇ। ਫਿਰ ਜਮ ਵੀ ਉਸ ਦੇ ਪਾਸ ਨਹੀਂ ਢੁਕਦੇ ਜੀ। ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਗੁਰੂ ਨੇ ਰਹਿਮਤ ਕਰਕੇ ਅੰਦਰੋਂ ਤ੍ਰਿਸ਼ਨਾ ਦੀ ਅਗਨੀ ਬੁਝਾ ਦਿੱਤੀ, ਵਿਕਾਰ ਖਤਮ ਕਰ ਦਿੱਤੇ। ਤ੍ਰਿਸ਼ਨਾ ਦੀ ਅਗਨੀ ਠੰਡੀ ਹੋਈ। ਨਾਨਕ ਉਦਰੇ ਪ੍ਰਭ ਸਰਨਾਈ। ਇਹ ਬਖਸ਼ਾਂ ਗੁਰੂ ਕੇ ਚਰਨਾਂ ਵਿੱਚ ਆਉਣ ਦੇ ਨਾਲ ਹੋਈਆਂ। ਇਹ ਬਖਸ਼ਾਂ ਗੁਰੂ ਤੋਂ ਸਿੱਖਿਆ ਲੈਣ ਦੇ ਨਾਲ ਹੋਈਆਂ। ਪਾਤਸ਼ਾਹ ਜੀ ਕਹਿ ਰਹੇ ਹਨ, ਗੁਰੂ ਕੇ ਚਰਨਾਂ ਵਿੱਚ ਆਵੇਂਗਾ, ਉਧਰ ਜਾਵੇਂਗਾ, ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਤਰ ਜਾਵੇਂਗਾ। ਗੁਰੂ ਕੀ ਸਮਝ ਲੈ ਕੇ ਮਨੁੱਖਾ ਜੀਵਨ ਨੂੰ ਸਫਲ ਬਣਾ ਸਕਦਾ ਹੈ। ਪਾਤਸ਼ਾਹ ਜੀ ਰਹਿਮਤ ਕਰਨ। ਕੇਵਲ ਅੱਖਰੀ ਅਰਥ ਸੰਖੇਪ ਰੂਪ ਸਤਿਗੁਰਾਂ ਦੇ ਪਾਵਨ ਹੁਕਮ ਦੇ ਵਿਚਾਰ